एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਆਪਾਂ ਕਰਨ ਜਾ ਰਹੇ ਹਾਂ 6th ਕਲਾਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਤੇ ਉਹਦਾ ਪਹਿਲਾ ਪਾਠ ਜਿਹਦਾ ਨਾਮ ਹੈ ਸਿਹਤ ਯਾਨੀ ਕਿ ਹੈਲਥ, ਉਹਦੇ ਕੁਐਸਚਨ ਆਨਸਰਸ ਆਪਾਂ ਸੋਲਵ ਕਰਾਂਗੇ। ਚੈਪਟਰ ਆਪਾਂ ਪਹਿਲਾਂ ਸਮਝ ਲਿਆ ਸੀ ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈਗਾ ਇੱਥੇ ਉਹ ਹੈਗਾ ਹਾਊ ਮੈਨੀ ਕਾਈਂਡਸ ਆਰ देयर ऑफ हैल्थ। कहने का मतलब सेहत दियां कई किस्मां हन ते किन्नियां किस्मां हन। ठीक है, ਇਹਦਾ ਆਨਸਰ ਜਿਹੜਾ ਹੈਗਾ ਉਹ ਤੁਸੀਂ ਸ਼ੁਰੂ ਜੇ ਕਰਨਾ ਚਾਹੋ ਵਧੀਆ ਤਰੀਕੇ ਨਾਲ ਤਾਂ ਤੁਸੀਂ ਇਹਦੇ ਨਾਲ ਸ਼ੁਰੂ ਕਰ ਸਕਦੇ ਹੋ। ਇੱਥੇ ਲਿਖਿਆ ਹੈ ਅਕੋਰਡਿੰਗ ਟੂ ਵਰਲਡ ਹੈਲਥ ਆਰਗੇਨਾਈਜੇਸ਼ਨ। ਵਰਲਡ ਹੈਲਥ ਆਰਗੇਨਾਈਜੇਸ਼ਨ ਦੁਨੀਆ ਦੀ ਇੱਕ ਆਰਗੇਨਾਈਜੇਸ਼ਨ ਹੈ। ਉਹਨੇ ਇਹ ਕਿਹਾ ਹੈ ਦ ਵਰਡ ਹੈਲਥ ਯਾਨੀ ਸਿਹਤ is not limited to human body only। ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦੱਸਿਆ ਹੈ ਵੀ ਸਿਹਤ ਸਿਰਫ ਆਪਾਂ ਸਰੀਰ ਤੱਕ ਸੀਮਿਤ ਨਹੀਂ ਰੱਖ ਸਕਦੇ ਉਹਨੂੰ। this is equally related to a gap ਆਏਗਾ ਵਿੱਚ man's mind, society and emotions। ਕਹਿਣ ਦਾ ਮਤਲਬ ਇਹ ਮਨੁੱਖ ਦੇ ਮਨ, ਸਮਾਜ ਅਤੇ ਜਜ਼ਬਾਤਾਂ ਨਾਲ ਵੀ ਜੁੜਿਆ ਹੋਇਆ ਹੈ। ਹੁਣ ਆਪਾਂ ਆਂਦੇ ਹਾਂ, ਜੇ ਤੁਸੀਂ ਇਹ ਨਹੀਂ ਲਿਖਣਾ ਵੈਸੇ ਤਾਂ ਵਧੀਆ ਲੱਗੂਗਾ ਪਰ ਹੁਣ ਅਸਲੀ ਆਨਸਰ ਇਹ ਹੈਗਾ ਹੈਲਥ ਕਿੰਨੇ ਪ੍ਰਕਾਰ ਦੀ ਹੈ। ਇਹ ਆਨਸਰ ਆ ਗਿਆ ਹੈਲਥ ਇਜ਼ ਕੰਸੀਡਰਡ ਆਫ 4 ਟਾਈਪਸ ਯਾਨੀ ਕਿ ਸਿਹਤ ਜਿਹੜੀ ਹੈਗੀ ਹੈ ਉਹ 4 ਕਿਸਮਾਂ ਦੀ ਹੁੰਦੀ ਹੈ। ਪਹਿਲਾ ਫਿਜ਼ੀਕਲ ਹੈਲਥ ਜਿਹਨੂੰ ਆਪਾਂ ਕਹਿੰਦੇ ਹਾਂ ਸਰੀਰਕ ਸਿਹਤ, ਮੈਂਟਲ ਯਾਨੀ ਕਿ ਦਿਮਾਗੀ ਸਿਹਤ, ਸੋਸ਼ਲ ਦਾ ਮਤਲਬ ਹੁੰਦਾ ਹੈ ਸਮਾਜਿਕ ਤੇ ਇਮੋਸ਼ਨਲ ਦਾ ਮਤਲਬ ਹੁੰਦਾ ਹੈ ਭਾਵਨਾਤਮਕ ਯਾਨੀ ਭਾਵਨਾਵਾਂ ਨਾਲ ਜਿਹੜੀ ਜੁੜੀ ਹੁੰਦੀ ਹੈ। ਹੁਣ ਦੇਖੋ ਇੱਥੇ ਤੱਕ ਆਨਸਰ ਜਿਹੜਾ ਹੈਗਾ ਫਰਸਟ ਆਨਸਰ ਸੀਮਿਤ ਹੈਗਾ ਪਰ ਮੰਨ ਲਓ ਤੁਹਾਨੂੰ ਇਹ ਕਿਹਾ ਗਿਆ ਵੀ ਹੋਰ ਵਿਸਥਾਰ ਵਿੱਚ ਦੱਸੋ ਤਾਂ ਤੁਸੀਂ ਇੱਥੇ ਇੱਕ ਲਾਈਨ ਲਿਖ ਸਕਦੇ ਹੋ ਉਹਦੀ। ਜਿਵੇਂ ਤੁਸੀਂ ਦੱਸ ਸਕਦੇ ਹੋ ਵੀ ਜਿਹੜੀ ਫਿਜ਼ੀਕਲ ਹੈਲਥ ਹੈ, physical health means that all organs of a healthy person work properly। एग्जाम्पल ब्रीदिंग सिस्टम, डाइजेस्टिव सिस्टम और ब्लड सर्कुलेटरी सिस्टम वर्क प्रॉपरली। ਇੱਥੋਂ ਲੈ ਕੇ ਇੱਥੇ ਤੱਕ ਪਹਿਲਾ ਪੁਆਇੰਟ ਇੱਥੇ ਦੱਸਿਆ ਗਿਆ ਹੈ ਵੀ ਜਿਹੜੀ ਸਰੀਰਕ ਸਿਹਤ ਹੈ ਉਸਦਾ ਮਤਲਬ ਇਹ ਹੈਗਾ ਵੀ ਜਿਹੜਾ ਹਰੇਕ ਆਰਗਨ ਹੈ, ਅੰਗ ਹੈਗਾ ਉਹ ਠੀਕ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ। ਜਿਵੇਂ ਸਾਹ ਲੈਣ ਵਾਲਾ ਸਿਸਟਮ ਹੋ ਗਿਆ, ਪਾਚਨ ਸਿਸਟਮ ਹੋ ਗਿਆ ਜਿਹਦੇ ਨਾਲ ਆਪਾਂ ਖਾਣਾ ਡਾਈਜੈਸਟ ਕਰਦੇ ਹਾਂ, ਜਾਂ ਫਿਰ ਖੂਨ ਦਾ ਜਿਹੜਾ ਸਿਸਟਮ ਹੈਗਾ ਉਹ ਸਹੀ ਤਰੀਕੇ ਨਾਲ ਕੰਮ ਕਰ ਰਿਹਾ। ਇਹਨੂੰ ਆਪਾਂ ਐਕਸਪਲੇਨ ਕਰਤਾ। ਹੁਣ ਦੂਜਾ ਪੁਆਇੰਟ ਮੈਂਟਲ ਹੈਲਥ ਨੂੰ ਥੋੜਾ ਜਿਹਾ ਐਕਸਪਲੇਨ ਕਰ ਦਾਂਗੇ। ਮੈਂਟਲ ਦਾ ਮਤਲਬ ਮਾਨਸਿਕ ਜਿਹੜੀ ਹੈਲਥ ਹੁੰਦੀ ਹੈ। ਮੈਂਟਲ ਹੈਲਥ ਮੀਨਸ, ਮੈਂਟਲ ਹੈਲਥ ਦਾ ਮਤਲਬ ਹੈ that a person takes right and timely decision with his mind। ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜੀ ਮਾਨਸਿਕ ਸਿਹਤ ਹੈ ਇਸ ਦਾ ਮਤਲਬ ਇਹ ਹੈ ਕਿ ਕੋਈ ਵਿਅਕਤੀ ਆਪਣੇ ਮਨ ਨਾਲ ਸਹੀ ਅਤੇ ਸਮੇਂ ਸਿਰ ਫੈਸਲਾ ਲੈਂਦਾ ਹੈ। ਤੀਜਾ ਪੁਆਇੰਟ ਆ ਗਿਆ ਸੋਸ਼ਲ ਹੈਲਥ। ਠੀਕ ਹੈ, ਯਾਨੀ ਕਿ ਸਮਾਜਿਕ ਸਿਹਤ। ਸੋਸ਼ਲ ਹੈਲਥ ਡਿਸਕ੍ਰਾਈਬਸ ਦ ਰਿਲੇਸ਼ਨਸ਼ਿਪ ਆਫ ਅ ਪਰਸਨ ਵਿਦ ਹਿਸ ਸੋਸਾਇਟੀ। ਤੇ ਜਿਹੜੀ ਸਮਾਜਿਕ ਸਿਹਤ ਹੈ ਉਹ ਕਿਸੇ ਵਿਅਕਤੀ ਦੀ ਉਸਦੇ ਸਮਾਜ ਦੇ ਨਾਲ ਕਿਹੋ ਜਿਹੇ ਸੰਬੰਧ ਹੈਗੇ ਨੇ ਉਸਦੇ ਬਾਰੇ ਦੱਸਦੀ ਹੈਗੀ ਹੈ। ਇਹ ਹੋ ਗਿਆ ਤੀਜਾ ਪੁਆਇੰਟ। ਤੇ ਜੇ ਆਪਾਂ ਨੂੰ ਚੌਥਾ ਪੁਆਇੰਟ ਵੀ ਐਕਸਪਲੇਨ ਕਰਨਾ ਹੈਗਾ ਇੱਕ ਲਾਈਨ ਦੇ ਵਿੱਚ ਤੇ ਤੁਸੀਂ ਇੱਥੋਂ ਸ਼ੁਰੂ ਕਰ ਸਕਦੇ ਹੋ ਇਮੋਸ਼ਨਲ ਹੈਲਥ। ਭਾਵਨਾਤਮਕ ਜਿਹੜੀ ਸਿਹਤ ਹੈਗੀ ਹੈ, different emotions arise in our mind in different situations। example anger, envy, fear and happiness। These emotions require a great balance in our life, only then we can do our work appropriately। ਕਹਿਣ ਦਾ ਭਾਵ ਇਹ ਹੈਗਾ ਵੀ ਵੱਖ-ਵੱਖ ਸਥਿਤੀਆਂ ਵਿੱਚ ਸਾਡੇ ਮਨ ਵਿੱਚ ਵੱਖ-ਵੱਖ ਭਾਵਨਾਵਾਂ ਪੈਦਾ ਹੁੰਦੀਆਂ ਨੇ, ਜਿਵੇਂ ਕ੍ਰੋਧ ਹੋ ਗਿਆ, ਈਰਸ਼ਾ ਹੋ ਗਈ, ਡਰ, ਖੁਸ਼ੀ ਹੋ ਗਈ ਤੇ ਹੋਰ ਵੀ ਕਈ ਭਾਵਨਾਵਾਂ ਹੁੰਦੀਆਂ ਨੇ। ਐਕਸੈਟਰਾ ਦਾ ਮਤਲਬ ਹੁੰਦਾ ਹੈ ਆਦਿ। ਤੇ ਇਹਨਾਂ ਭਾਵਨਾਵਾਂ ਨੂੰ ਸਾਡੇ ਜੀਵਨ ਵਿੱਚ ਬਹੁਤ ਸੰਤੁਲਨ ਦੀ ਲੋੜ ਹੁੰਦੀ ਹੈ ਤਾਂ ਜੋ ਅਸੀਂ ਆਪਣਾ ਕੰਮ ਸਹੀ ਢੰਗ ਨਾਲ ਕਰ ਸਕੀਏ। ਜੇ ਸਾਰਾ ਟਾਈਮ ਗੁੱਸਾ ਹੀ ਆਉਂਦਾ ਰਹੇਗਾ ਫਿਰ ਤਾਂ ਕੰਮ ਅੱਗੇ ਵਧਣਾ ਨਹੀਂ, ਖਰਾਬ ਹੋ ਜਾਊਗਾ ਕੰਮ। ਤੇ ਇਹਨਾਂ ਦਾ ਸਹੀ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ, ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਅੱਗੇ ਚੱਲਦੇ ਹਾਂ ਸੈਕਿੰਡ ਕੁਐਸਚਨ ਵੱਲ। ਇੱਥੇ ਹੈਗਾ ਸੈਕਿੰਡ ਕੁਐਸਚਨ, what kind of food should children eat।
ਬੱਚਿਆਂ ਨੂੰ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ। ਤੇ ਪੇਜ ਨੰਬਰ 4 ਤੇ ਇਹਦਾ ਆਨਸਰ ਦਿੱਤਾ ਹੋਇਆ ਹੈ। ਆ ਦੇਖੋ, ਫੂਡ ਹੈਬਿਟਸ ਯਾਨੀ ਭੋਜਨ ਦੀਆਂ ਆਦਤਾਂ। ਇੱਥੇ ਬਹੁਤ ਸਾਰੇ ਪੁਆਇੰਟਸ ਦਿੱਤੇ ਹੋਏ ਨੇ, ਤੁਸੀਂ ਇਹਨਾਂ ਵਿੱਚੋਂ 4 ਵੀ ਲਿਖ ਸਕਦੇ ਹੋ, 5 ਵੀ ਲਿਖ ਸਕਦੇ ਹੋ। ਜਿਵੇਂ ਪਹਿਲਾ ਪੁਆਇੰਟ ਹੈਗਾ, ਚਿਲਡਰਨ ਸ਼ੁੱਡ ਈਟ ਪਿਓਰ ਐਂਡ ਬੈਲੈਂਸਡ ਡਾਈਟ। ਬੱਚਿਆਂ ਨੂੰ ਸ਼ੁੱਧ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। It should contain all the necessary elements like proteins, carbohydrates, oily substance, minerals and water। ਤੇ ਜਿਹੜਾ ਖਾਣਾ ਹੁੰਦਾ ਹੈ, ਜਿਹੜਾ ਸੰਤੁਲਿਤ ਖਾਣਾ ਹੁੰਦਾ ਹੈ, ਪੌਸ਼ਟਿਕ ਖਾਣਾ ਹੁੰਦਾ, ਉਹਦੇ ਵਿੱਚ ਸਾਰੇ ਜ਼ਰੂਰੀ ਪਦਾਰਥ ਹੁੰਦੇ ਨੇ, ਜਿਵੇਂ ਪ੍ਰੋਟੀਨਸ, ਕਾਰਬੋਹਾਈਡਰੇਟਸ, ਤੇਲ ਹੋਣਾ ਚਾਹੀਦਾ ਹੈ, ਮਿਨਰਲ ਹੋਣੇ ਚਾਹੀਦੇ ਨੇ ਤੇ ਪਾਣੀ ਵੀ ਹੋਣਾ ਚਾਹੀਦਾ ਹੈ। ਵੈਸੇ ਤਾਂ ਮੇਨ ਆਨਸਰ ਇੱਥੇ ਤੱਕ ਸੀਮਿਤ ਹੈਗਾ ਤੇ ਤੁਸੀਂ ਇਹ ਵੀ ਪੁਆਇੰਟ ਉਹਦੇ ਵਿੱਚ ਐਡ ਕਰ ਸਕਦੇ ਹੋ। ਤੇ ਇਹ ਵਾਲਾ ਪੁਆਇੰਟ, A ਪੁਆਇੰਟ, F ਪੁਆਇੰਟ ਤੇ H ਪੁਆਇੰਟ ਬਹੁਤ ਹੀ ਜ਼ਰੂਰੀ ਨੇ। ਪਰ ਮੰਨ ਲਓ ਜ਼ਿਆਦਾ ਨੰਬਰ ਦਾ ਕੁਐਸਚਨ ਆ ਗਿਆ, ਫਿਰ ਤੁਸੀਂ ਇਹ ਸਾਰੀਆਂ ਗੱਲਾਂ ਲਿਖ ਸਕਦੇ ਹੋ ਆਪਣੇ ਮਨ ਮੁਤਾਬਕ। ਜਿਵੇਂ ਇੱਥੇ ਦੱਸਿਆ ਗਿਆ ਹੈ, ਵਾਸ਼ ਯੋਰ ਹੈਂਡਸ ਪ੍ਰੋਪਰਲੀ ਬਿਫੋਰ ਯੋਰ ਮੀਲਸ, ਯਾਨੀ ਖਾਣਾ ਖਾਣ ਤੋਂ ਪਹਿਲਾਂ ਜਾਂ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਧੋਵੋ। Do not drink excessive hot or cold water, ज़्यादा गर्म या ठंडा पानी ना पियो। Do not eat food while watching TV or working on computer। TV देखते हो या कंप्यूटर ते काम करते समय खाना ना खाओ। अगला, do not eat food while lying down, but it should be eaten while sitting straight। कहने दा मतलब लेट के खाना ना खाओ, सगों सीधे बैठ के खाना खाना चाहिए। अगला, चिल्ड्रन शुड मोस्टली ईट होममेड फूड। है ना, की खाना चाहिए? ਇਹਦਾ ਜਵਾਬ ਇੱਥੇ ਵੀ ਹੈਗਾ ਵੀ ਬੱਚਿਆਂ ਨੂੰ ਘਰ ਦਾ ਬਣਿਆ ਖਾਣਾ ਖਾਣਾ ਚਾਹੀਦਾ ਹੈ। ਫਾਸਟ ਫੂਡ ਲਾਈਕ ਪੀਜ਼ਾ ਐਂਡ 버ਗਰ ਇਜ਼ ਹਾਰਮਫੁਲ ਫॉर ਹੈਲਥ। ਤੇ ਜਿਹੜਾ ਆਪਾਂ ਬਾਹਰ ਦਾ ਖਾਣਾ ਖਾਂਦੇ ਆ, ਜਿਵੇਂ ਪੀਜ਼ੇ ਹੋ ਗਏ, 버ਗਰ ਹੋ ਗਏ, ਉਹ ਸਾਡੀ ਸਿਹਤ ਲਈ ਹਾਨੀਕਾਰਕ ਨੇ। ਆਲਵੇਜ਼ ਕਵਰ ਦ ਫੂਡ ਟੂ ਕੀਪ ਇਟ ਸੇਫ ਫਰੋਮ ਫਲਾਈਜ਼ ਐਂਡ ਡਰਟ। ਮੱਖੀਆਂ ਤੇ ਗੰਦਗੀ ਤੋਂ ਉਹਨੂੰ ਸੁਰੱਖਿਅਤ ਰੱਖਣ ਦੇ ਲਈ ਭੋਜਨ ਨੂੰ ਹਮੇਸ਼ਾ ਢੱਕ ਕੇ ਰੱਖੋ। ਤੇ ਅਖੀਰਲਾ, ਫਰੂਟਸ ਸ਼ੁੱਡ ਆਲਵੇਜ਼ ਬੀ ਵਾਸ਼ਡ ਪ੍ਰੋਪਰਲੀ ਬਿਫੋਰ ਈਟਿੰਗ। ਫਲਾਂ ਨੂੰ ਹਮੇਸ਼ਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ। ਤੇ ਇਹ ਹੋ ਗਿਆ ਤੁਹਾਡਾ ਸੈਕਿੰਡ ਆਨਸਰ। ਜੇ ਤੁਸੀਂ ਇਹ ਪੁੱਛੋ ਵੀ ਕਿਹੜੇ ਜ਼ਰੂਰੀ ਪੁਆਇੰਟ ਨੇ, ਤਾਂ ਮੈਂ ਦੱਸਦਾ A ਪੁਆਇੰਟ, F ਪੁਆਇੰਟ ਤੇ H ਪੁਆਇੰਟ ਸਭ ਤੋਂ ਜ਼ਰੂਰੀ ਨੇ। ਅੱਗੇ ਚੱਲਦੇ ਹਾਂ ਤੀਜੇ ਕੁਐਸਚਨ ਵੱਲ। ਇੱਥੇ ਸਵਾਲ ਪੁੱਛਿਆ ਗਿਆ, which things should we take care of to remain healthy। ਜੇ ਆਪਾਂ ਸਿਹਤਮੰਦ ਰਹਿਣਾ ਹੈ ਤਾਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੀਜੇ ਕੁਐਸਚਨ ਦਾ ਜਿਹੜਾ ਆਨਸਰ ਹੈ ਮੈਂ ਹਰੇ ਦੇ ਨਾਲ ਮਾਰਕ ਕਰਾਂਗੀ, ਠੀਕ ਹੈ। ਤੇ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਏ ਜੇ ਆਪਾਂ ਸਿਹਤਮੰਦ ਰਹਿਣਾ ਹੈ? ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਨੌਲੇਜ ਆਫ ਹੈਲਥ ਐਜੂਕੇਸ਼ਨ, ਸਿਹਤ ਸਿੱਖਿਆ ਦਾ ਗਿਆਨ ਹੋਣਾ ਚਾਹੀਦਾ। ਤੁਸੀਂ ਆ ਮੋٹے-ਮੋٹے ਪੁਆਇੰਟਸ ਲਿਖ ਸਕਦੇ ਹੋ, ਜਿਵੇਂ ਆ ਲਾਲ ਦੇ ਵਿੱਚ ਲਿਖਿਆ ਹੈ ਫੂਡ ਹੈਬਿਟਸ, ਸਿਹਤ ਦੀ ਧਿਆਨ ਰੱਖਣ ਦੇ ਵਿੱਚ ਭੋਜਨ ਦੀਆਂ ਆਦਤਾਂ ਵਧੀਆ ਹੋਣੀਆਂ ਚਾਹੀਦੀਆਂ ਨੇ। ਮੈਡੀਕਲ ਚੈੱਕਅਪ ਹੋਣਾ ਚਾਹੀਦਾ, ਸਾਡਾ ਇਹ ਤੀਜਾ ਪੁਆਇੰਟ ਹੋ ਗਿਆ, ਠੀਕ ਹੈ। ਚੈੱਕਅਪ ਹੋਣਾ ਚਾਹੀਦਾ ਸਿਹਤ ਦਾ। ਚੌਥਾ ਪੁਆਇੰਟ ਹੈਗਾ ਨੇਚਰ। ਨੇਚਰ ਦਾ ਮਤਲਬ ਇਹ ਹੈਗਾ ਵੀ ਸਾਨੂੰ ਆਪਣਾ ਮਿਜਾਜ ਜਿਹੜਾ ਹੈ ਉਹ ਕਿਹੋ ਜਿਹਾ ਰੱਖਣਾ ਚਾਹੀਦਾ, ਕਿਉਂਕਿ ਉਹਦਾ ਸਾਡੀ ਸਿਹਤ ਤੇ ਅਸਰ ਹੁੰਦਾ। ਪੰਜਵਾਂ ਆ ਗਿਆ ਹੈਬਿਟਸ, ਜਿਹਦਾ ਮਤਲਬ ਹੈਗਾ ਕਿਹੋ ਜਿਹੀਆਂ ਆਦਤਾਂ ਹੋਣੀਆਂ ਚਾਹੀਦੀਆਂ ਸਾਨੂੰ। ਤੇ ਛੇਵਾਂ ਪੁਆਇੰਟ ਹੈਗਾ ਐਕਸਰਸਾਈਜ਼, ਗੇਮਸ ਐਂਡ ਯੋਗਾ। ਸਾਨੂੰ ਧਿਆਨ ਦੇਣਾ ਚਾਹੀਦਾ, ਯਾਨੀ ਕਸਰਤ, ਖੇਡਾਂ ਤੇ ਯੋਗਾ ਵੱਲ ਵੀ ਧਿਆਨ ਦੇਣਾ ਚਾਹੀਦਾ। ਇਹ ਤਾਂ ਮੋٹے-ਮੋٹے ਪੁਆਇੰਟਸ ਹੋ ਗਏ। ਮੰਨ ਲਓ 2 ਜਾਂ 3 ਨੰਬਰ ਦਾ ਜੇ ਕੁਐਸਚਨ ਹੈ ਤਾਂ ਤੁਸੀਂ ਇਹ 6 ਪੁਆਇੰਟ ਲਿਖ ਸਕਦੇ ਹੋ। ਪਰ ਮੰਨ ਲਓ ਤੁਹਾਡੇ ਕੋਲ ਜਿਹੜਾ ਇਹ ਕੁਐਸਚਨ ਹੈਗਾ ਇਹ 5 ਮਾਰਕਸ ਦੇ ਵਿੱਚ ਆ ਜਾਏ ਵੀ ਲਿਖੋ ਜੀ ਵਿਸਥਾਰ ਦੇ ਵਿੱਚ ਦੱਸੋ, ਤਾਂ ਤੁਸੀਂ ਇੱਕ ਲਾਈਨ ਸਾਰਿਆਂ ਦੀ ਲਿਖ ਸਕਦੇ ਹੋ। ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨੌਲੇਜ ਆਫ ਹੈਲਥ ਐਜੂਕੇਸ਼ਨ। ਕਹਿਣ ਦਾ ਮਤਲਬ ਇਹ ਹੈ ਵੀ ਸਿਹਤ ਸਿੱਖਿਆ ਦਾ ਗਿਆਨ ਹੋਣਾ ਚਾਹੀਦਾ ਹੈ। ਚਿਲਡਰਨ ਸ਼ੁੱਡ ਹੈਵ ਕੰਪਲੀਟ ਨੌਲੇਜ ਅਬਾਊਟ देयर ਬੋਡੀ। ਬੱਚਿਆਂ ਨੂੰ ਆਪਣੇ ਪੂਰੇ ਸਰੀਰ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕਿਹੜਾ ਹਿੱਸਾ ਕਿਵੇਂ ਚੱਲਦਾ ਹੈ, ਠੀਕ ਹੈ, ਤਾਂ ਜੋ ਉਹ ਕੋਈ ਵੀ ਖਰਾਬੀ ਆਏ ਤਾਂ ਡਾਕਟਰ ਕੋਲ ਜਾ ਸਕਣ। ਦੂਜਾ ਪੁਆਇੰਟ ਜੇ ਐਕਸਪਲੇਨ ਕਰਨਾ ਹੈ ਫੂਡ ਹੈਬਿਟਸ, ਤਾਂ ਤੁਸੀਂ ਇਹ ਲਿਖ ਸਕਦੇ ਹੋ ਵੀ ਬੱਚਿਆਂ ਨੂੰ ਸ਼ੁੱਧ ਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ, ਜਿਹਦੇ ਵਿੱਚ ਪ੍ਰੋਟੀਨਸ ਹੋਣ, ਕਾਰਬੋਹਾਈਡਰੇਟਸ ਹੋਣ, ਆਇਲੀ ਸਬਸਟੈਂਸਸ, ਮਿਨਰਲਸ ਐਂਡ ਵਾਟਰ ਹੋਣ। ਜਾਂ ਤੁਸੀਂ ਕਹਿ ਸਕਦੇ ਹੋ ਵੀ ਬੱਚਿਆਂ ਨੂੰ ਬੈਲੈਂਸਡ ਡਾਈਟ ਖਾਣੀ ਚਾਹੀਦੀ ਹੈ, ਸੰਤੁਲਿਤ ਖਾਣਾ ਖਾਣਾ ਚਾਹੀਦਾ ਹੈ। ਜੇ ਤੀਜਾ ਪੁਆਇੰਟ ਐਕਸਪਲੇਨ ਕਰਨਾ ਹੈ ਮੈਡੀਕਲ ਚੈੱਕਅਪ ਦਾ,
ਤਾਂ ਤੁਸੀਂ ਲਿਖ ਸਕਦੇ ਹੋ children should get their medical checkup done time from time. Vaccination is also very necessary. ਵੀ ਬੱਚਿਆਂ ਨੂੰ ਸਮੇਂ-ਸਮੇਂ ਤੇ ਆਪਣਾ ਮੈਡੀਕਲ ਜਾਂਚ ਕਰਾਣੀ ਚਾਹੀਦੀ ਹੈ ਤੇ ਜੇ ਵੈਕਸੀਨ ਲੱਗਣੀ ਹੈ ਤਾਂ ਉਹ ਵੀ ਲਵਾ ਲੈਣੀ ਚਾਹੀਦੀ ਹੈ। ਚੌਥਾ ਪੁਆਇੰਟ ਜੇ ਐਕਸਪਲੇਨ ਕਰਨਾ ਹੈ ਨੇਚਰ ਕਿ ਚਿਲਡਰਨ ਸ਼ੁੱਡ ਆਲਵੇਜ਼ ਰਿਮੇਨ ਹੈਪੀ, ਕਿ ਉਹਨਾਂ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਹੈਬਿਟਸ ਨੂੰ ਐਕਸਪਲੇਨ ਕਰਨ ਦੇ ਲਈ ਤੁਸੀਂ ਲਿਖ ਸਕਦੇ ਹੋ ਟੂ ਵੇਕ ਅਪ अर्ਲੀ, ਈਟ, ਰੀਡ, ਪਲੇ ਐਂਡ ਰੈਸਟ ਔਨ ਟਾਈਮ। ਕਹਿਣ ਦਾ ਮਤਲਬ ਇਹ ਹੈ ਵੀ ਸਮੇਂ ਤੇ ਉੱਠਣਾ ਚਾਹੀਦਾ ਹੈ, ਖੇਡਣਾ ਵੀ ਚਾਹੀਦਾ ਹੈ, ਪੜ੍ਹਨਾ ਵੀ ਚਾਹੀਦਾ ਤੇ ਵਧੀਆ ਖਾਣਾ ਵੀ ਚਾਹੀਦਾ ਹੈ ਤੇ ਸਮੇਂ ਸਿਰ ਸੋ ਜਾਣਾ ਚਾਹੀਦਾ ਹੈ। ਤੇ ਲਾਸਟ ਪੁਆਇੰਟ ਜੇ ਆਪਾਂ ਐਕਸਪਲੇਨ ਕਰਨਾ ਹੈ ਤਾਂ ਆਪਾਂ ਲਿਖਾਂਗੇ ਇਟ ਇਜ਼ ਨੈਸੈਸਰੀ ਟੂ ਡੂ ਐਕਸਰਸਾਈਜ਼ ਐਂਡ ਯੋਗਾ ਡੇਲੀ ਟੂ ਕੀਪ ਆਰ ਬੋਡੀ ਸਟਾਊਟ। ਕਹਿਣ ਦਾ ਮਤਲਬ ਜਾਂ ਤੁਸੀਂ ਲਿਖ ਸਕਦੇ ਹੋ ਟੂ ਕੀਪ ਆਰ ਬੋਡੀ ਸਟਰੋਂਗ। ਜੇ ਸਟਰੋਂਗ ਲਿਖਣਾ ਹੈ, ਫਿਟ ਲਿਖਣਾ ਹੈ ਤਾਂ ਫਿਟ ਲਿਖ ਸਕਦੇ ਹੋ। ਵੀ ਸਾਨੂੰ ਰੋਜ਼ ਕਸਰਤ ਕਰਨੀ ਚਾਹੀਦੀ ਹੈ, ਯੋਗਾ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਰੀਰ ਨੂੰ ਠੀਕ ਰੱਖ ਸਕੀਏ। ਠੀਕ ਹੈ ਬੇਟਾ, ਇਹ ਤਾਂ ਹੋ ਗਿਆ ਤੁਹਾਡਾ ਤੀਜਾ ਕੁਐਸਚਨ। ਹੁਣ ਆਪਾਂ ਚੱਲਦੇ ਹਾਂ ਚੌਥੇ ਸਵਾਲ ਵੱਲ। which things should we take care of while eating? ਖਾਣਾ ਖਾਂਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਆ ਦੇਖੋ, ਇਹ ਆ ਜਾਏਗਾ ਨੀਲੇ ਦੇ ਨਾਲ 4th ਕੁਐਸਚਨ ਦਾ ਆਨਸਰ। ਹੁਣ ਸਵਾਲ ਇਹ ਸੀ ਵੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਖਾਣਾ ਖਾਂਦੇ ਹੋਏ। ਇਹ ਆ ਗਿਆ ਫੂਡ ਹੈਬਿਟਸ ਟੌਪਿਕ। ਕਿਹੜੀਆਂ ਚੀਜ਼ਾਂ? ਸਭ ਤੋਂ ਪਹਿਲਾਂ ਖਾਣਾ ਖਾਣ ਦੀ ਗੱਲ ਕੀਤੀ ਗਈ ਹੈ ਤੇ ਆਪਾਂ ਸ਼ੁਰੂ ਕਰ ਸਕਦੇ ਹਾਂ ਚਿਲਡਰਨ ਸ਼ੁੱਡ ਈਟ ਪਿਓਰ ਐਂਡ ਬੈਲੈਂਸ ਡਾਈਟ। ਵੀ ਬੱਚਿਆਂ ਨੂੰ ਸਿਹਤਮੰਦ ਰਹਿਣ ਦੇ ਲਈ ਸ਼ੁੱਧ ਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਹੁਣ ਆਪਾਂ ਸ਼ੁਰੂ ਕਰਾਂਗੇ ਆਪਣਾ ਆਨਸਰ। ਉਹ ਹੋ ਗਿਆ ਇਹ ਬੀ ਦੀ ਥਾਂ ਤੇ ਏ ਪਾਰਟ ਸ਼ੁਰੂ ਕਰੋਗੇ ਜਾਂ ਤੁਸੀਂ 1 ਨੰਬਰ ਪਾ ਸਕਦੇ ਹੋ। ਤੁਸੀਂ ਲਿਖੋਗੇ ਵਾਸ਼ ਯੋਰ ਹੈਂਡਸ ਪ੍ਰੋਪਰਲੀ ਬਿਫੋਰ ਮੀਲਸ। ਕਹਿਣ ਦਾ ਮਤਲਬ ਭੋਜਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਫਿਰ ਦੂਜਾ ਪੁਆਇੰਟ ਆ ਜਾਏਗਾ ਡੂ ਨਾਟ ਡਰਿੰਕ ਐਕਸੈਸਿਵ ਹੌਟ ਔਰ ਕੋਲਡ ਵਾਟਰ। ਜੇ ਐਕਸੈਸਿਵ ਨਹੀਂ ਯਾਦ ਹੁੰਦਾ ਤਾਂ ਤੁਸੀਂ ਲਿਖ ਸਕਦੇ ਹੋ ਟੂ ਮੱਚ। ਵੀ ਬਹੁਤ ਜ਼ਿਆਦਾ ਠੰਡਾ ਜਾਂ ਬਹੁਤ ਜ਼ਿਆਦਾ ਗਰਮ ਪਾਣੀ ਨਾ ਪੀਓ। ਫਿਰ ਤੀਜਾ ਪੁਆਇੰਟ ਆ ਜਾਊਗਾ ਡੂ ਨਾਟ ਈਟ ਫੂਡ ਵਾਈਲ ਵਾਚਿੰਗ ਟੀਵੀ ਔਰ ਵਰਕਿੰਗ ਔਨ ਕੰਪਿਊਟਰ। ਟੀਵੀ ਦੇਖਦੇ ਹੋਏ ਜਾਂ ਕੰਪਿਊਟਰ ਤੇ ਕੰਮ ਕਰਦੇ ਹੋਏ ਖਾਣਾ ਨਾ ਖਾਓ। ਚੌਥਾ ਪੁਆਇੰਟ ਆ ਜਾਊਗਾ ਡੂ ਨਾਟ ਈਟ ਫੂਡ ਵਾਈਲ ਲਾਈਂਗ ਡਾਊਨ ਬਟ ਇਟ ਸ਼ੁੱਡ ਬੀ ਈਟਨ ਵਾਈਲ ਸਿਟਿੰਗ ਸਟ੍ਰੇਟ। ਵੀ ਲੇਟ ਕੇ ਕਦੇ ਨਾ ਖਾਣਾ ਖਾਓ, ਸਿੱਧੇ ਬਹਿ ਕੇ ਖਾਣਾ ਖਾਓ। ਅਗਲਾ ਚਿਲਡਰਨ ਸ਼ੁੱਡ ਮੋਸਟਲੀ ਈਟ ਹੋਮਮੇਡ ਫੂਡ। ਵੀ ਘਰ ਦਾ ਬਣਾ ਖਾਣਾ ਖਾਓ ਤੇ ਬਾਹਰ ਦੇ ਪੀਜ਼ੇ ਬਰਗਰਾਂ ਨੂੰ ਨਾ ਖਾਏ ਬੱਚਾ, ਇਹ ਵੀ ਜ਼ਰੂਰੀ ਹੈਗਾ। ਆਲਵੇਜ਼ ਕਵਰ ਦ ਫੂਡ ਟੂ ਕੀਪ ਇਟ ਸੇਫ ਫਰੋਮ ਫਲਾਈਜ਼ ਐਂਡ ਡਰਟ। ਹਮੇਸ਼ਾ ਖਾਣੇ ਨੂੰ ਮੱਖੀਆਂ ਤੇ ਗੰਦਗੀ ਤੋਂ ਬਚਾਉਣ ਦੇ ਲਈ ਉਹਨੂੰ ਢੱਕ ਕੇ ਰੱਖੋ। ਫਰੂਟ ਸ਼ੁੱਡ ਆਲਵੇਜ਼ ਬੀ ਵਾਸ਼ਡ ਪ੍ਰੋਪਰਲੀ ਬਿਫੋਰ ਈਟਿੰਗ। ਤੇ ਫਲਾਂ ਨੂੰ ਹਮੇਸ਼ਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਓ। ਦੇਖੋ, ਇਹਦੇ ਵਿੱਚ ਰੱਟਾ ਲਾਉਣ ਵਾਲੀ ਕੋਈ ਗੱਲ ਨਹੀਂ ਹੈ। ਜੇ ਤੁਸੀਂ ਇਹ ਗੱਲਾਂ ਨੂੰ ਸਮਝੋਗੇ ਤਾਂ ਆਨਸਰ ਲਿਖਣਾ ਬਹੁਤ ਸੌਖਾ ਹੋ ਜਾਊਗਾ। ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈਗਾ 5th ਵਾਲਾ ਰਾਈਟ ਅ ਸ਼ਾਰਟ ਨੋਟ ਔਨ ਦ ਫੋਲੋਇੰਗ। ਫੋਲੋਇੰਗਸ ਨਹੀਂ ਹੋਏਗਾ, ਫੋਲੋਇੰਗ ਆਏਗਾ। ਕਹਿਣ ਦਾ ਮਤਲਬ ਹੇਠ ਲਿਖੇ ਜਿਹੜੇ ਟੌਪਿਕ ਹੈਗੇ ਨੇ ਉਹਨਾਂ ਤੇ ਇੱਕ ਛੋਟਾ ਜਿਹਾ ਨੋਟ ਲਿਖੋ, ਗੱਲਾਂ ਦੱਸੋ ਉਹਦੇ ਬਾਰੇ। ਪਹਿਲਾ ਹੈਗਾ ਕਲੀਨਲੀਨੈਸ ਆਫ ਦ ਸਕਿਨ, ਯਾਨੀ ਕਿ ਆਪਣੀ ਜਿਹੜੀ ਸਕਿਨ ਹੈ ਉਹਦੀ ਸਫਾਈ ਬਾਰੇ ਇੱਕ ਨੋਟ ਲਿਖੋ। ਆ ਰਿਹਾ ਜੀ 5th ਦੇ ਏ ਪਾਰਟ ਦਾ ਆਨਸਰ ਕਲੀਨਲੀਨੈਸ ਆਫ ਦ ਸਕਿਨ, ਯਾਨੀ ਕਿ ਉੱਪਰ ਦੀ ਜਿਹੜੀ ਸਕਿਨ ਹੈਗੀ ਹੈ ਉਹਦੀ ਸਫਾਈ ਕਿਵੇਂ ਰੱਖਣੀ ਚਾਹੀਦੀ ਹੈ। ਇੱਥੇ ਲਿਖਿਆ ਦ ਸਕਿਨ ਕਵਰਸ ਆਲ ਆਫ ਆਰ ਬੋਡੀ ਪਾਰਟਸ ਐਂਡ ਪ੍ਰੋਟੈਕਟਸ them, ਯਾਨੀ ਕਿ ਜਿਹੜੀ ਸਕਿਨ ਹੈਗੀ ਹੈ ਉਹ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਕਵਰ ਕਰਦੀ ਹੈ ਤੇ ਉਹਨਾਂ ਦੀ ਸੁਰੱਖਿਆ ਕਰਦੀ ਹੈ। ਇਟ ਇਜ਼ ਹੈਲਪਫੁਲ ਇਨ ਮੇਨਟੇਨਿੰਗ ਆਰ ਬੋਡੀ ਟੈਂਪਰੇਚਰ, ਤੇ ਇਹ ਸਾਡੇ ਸਰੀਰ ਦਾ ਤਾਪਮਾਨ ਵੀ ਬਰਕਰਾਰ ਰੱਖਣ ਵਿੱਚ ਸਾਡੀ ਮਦਦ ਕਰਦੀ ਹੈ ਕਿਉਂਕਿ ਜੇ ਗਰਮੀ ਹੁੰਦੀ ਹੈ ਸਾਨੂੰ ਪਸੀਨਾ ਆ ਜਾਂਦਾ ਹੈ ਨਾ। ਇਟ ਬਿਊਟੀਫਾਈਜ਼ ਆਰ ਬੋਡੀ, ਇਹ ਸਾਡੇ ਸਰੀਰ ਨੂੰ ਵੀ ਸੁੰਦਰ ਬਣਾਉਂਦੀ ਹੈ। ਇਫ ਵੀ ਨਿਗਲੈਕਟ ਦ ਕਲੀਨਲੀਨੈਸ ਆਫ ਆਰ ਸਕਿਨ then skin pores will be blocked with dust particles। ਤੇ ਜੇਕਰ ਅਸੀਂ ਆਪਣੀ ਸਕਿਨ ਦੀ ਸਫਾਈ ਵੱਲ ਧਿਆਨ ਨਹੀਂ ਕਰਾਂਗੇ, ਅਣਦੇਖਾ ਕਰ ਦਾਂਗੇ ਤਾਂ ਜਿਹੜੀ ਸਕਿਨ ਦੇ ਵਿੱਚ ਛੋਟੇ ਛੋਟੇ ਪੋਰਸ ਹੁੰਦੇ ਆ, ਛੇਦ ਹੁੰਦੇ ਆ, ਉਹਦੇ ਵਿੱਚ ਗੰਦਗੀ ਫਸ ਜਾਏਗੀ, ਮਿੱਟੀ ਫਸ ਜਾਏਗੀ
due to which unwanted or unharmful elements do not exit our body। ਤੇ ਫਿਰ ਜਿਹੜੇ ਅਨਵਾਂਟਡ ਅਣਚਾਹੇ ਨੁਕਸਾਨਦੇਹ ਜਿਹੜੇ ਤੱਤ ਹੁੰਦੇ ਨੇ ਉਹ ਸਾਡੇ ਸਰੀਰ ਤੋਂ ਬਾਹਰ ਨਹੀਂ ਨਿਕਲਦੇ। ਐਂਡ ਮੈਨੀ ਕਾਈਂਡਸ ਆਫ ਸਕਿਨ ਡਿਜ਼ੀਜ਼ਸ ਡਿਵੈਲਪ। ਤੇ ਇੱਕ ਵਾਰ ਜੇ ਉਹ ਗੰਦ ਫਸ ਗਿਆ ਸਕਿਨ ਦੇ ਵਿੱਚ ਤੇ ਉਸ ਤੋਂ ਬਾਅਦ ਬਾਹਰ ਨਹੀਂ ਨਿਕਲਦੇ ਤੇ ਅਲੱਗ-ਅਲੱਗ ਤਰੀਕੇ ਦੀਆਂ ਬਿਮਾਰੀਆਂ ਪੈਦਾ ਕਰਦੇ ਨੇ। ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਜਿਹੜਾ ਹੈਗਾ ਇਹਦੇ ਵਿੱਚ ਪੁੱਛਿਆ ਗਿਆ ਹੈ ਬੀ ਪਾਰਟ ਕਲੀਨਲੀਨੈਸ ਆਫ ਦ ਹੇਅਰ। ਵੀ ਬਾਲਾਂ ਦੀ ਸਫਾਈ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਆ ਦੇਖੋ ਇੱਥੋਂ ਆ ਗਿਆ ਸਾਡਾ ਕਲੀਨਲੀਨੈਸ ਆਫ ਹੇਅਰ, ਬੀ ਪਾਰਟ ਦਾ ਆਨਸਰ। ਹੁਣ ਇੱਥੇ ਕੀ ਦੱਸਿਆ ਗਿਆ? ਵਾਲਾਂ ਦੀ ਸਫਾਈ। ਲੌਂਗ ਹੇਅਰ ਐਡ ਚਾਰਮ ਟੂ ਵਨਸ ਬਿਊਟੀ। ਕਹਿਣ ਦਾ ਮਤਲਬ ਵੀ ਜਿਹੜੇ ਲੰਬੇ ਵਾਲ ਨੇ ਉਹ ਕਿਸੇ ਦੀ ਸੁੰਦਰਤਾ ਵਿੱਚ ਚਾਰ ਚੰਦ ਲਾਉਂਦੇ ਨੇ। Balanced diet contributes a lot to make the hair beautiful and strong। ਸੰਤੁਲਿਤ ਖੁਰਾਕ ਵਾਲਾਂ ਨੂੰ ਸੁੰਦਰ ਤੇ ਮਜ਼ਬੂਤ ਬਣਾਉਣ ਦੇ ਵਿੱਚ ਬਹੁਤ ਯੋਗਦਾਨ ਪਾਉਂਦੀ ਹੈ ਤੇ ਮਦਦ ਕਰਦੀ ਹੈ। Hair should be combed daily with a clean comb। ਤੇ ਸਾਨੂੰ ਸਾਡੇ ਵਾਲਾਂ ਨੂੰ ਰੋਜ਼ਾਨਾ ਇੱਕ ਵਾਰ ਕੰਘੀ ਕਰਨੀ ਚਾਹੀਦੀ ਹੈ ਤੇ ਸਾਡੀ ਜਿਹੜੀ ਕੰਘੀ ਹੈ ਉਹ ਵੀ ਸਾਫ਼ ਹੋਣੀ ਚਾਹੀਦੀ ਹੈ। They should be washed time after time। ਤੇ ਵਾਲਾਂ ਨੂੰ ਸਮੇਂ-ਸਮੇਂ ਤੇ ਧੋਣਾ ਵੀ ਚਾਹੀਦਾ, ਜ਼ਿਆਦਾ ਨਹੀਂ ਧੋਣਾ ਚਾਹੀਦਾ। ਇਹ ਤਾਂ ਆਮ ਗੱਲਾਂ ਨੇ। ਦੇ ਸ਼ੁੱਡ ਬੀ ਡਰਾਈਡ ਪ੍ਰੋਪਰਲੀ ਆਫਟਰ ਵਾਸ਼ਿੰਗ। ਤੇ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਵਾਲਾਂ ਨੂੰ ਸੁਕਾਉਣਾ ਚਾਹੀਦਾ। ਹੇਅਰ ਸ਼ੁੱਡ ਬੀ ਨਰਿਸ਼ਡ ਵੈਲ ਟੂ ਮੇਕ them ਸਟਰੋਂਗ। ਤੇ ਜੇ ਆਪਾਂ ਵਾਲਾਂ ਨੂੰ ਮਜ਼ਬੂਤ ਬਣਾਉਣਾ ਹੈ ਉਹਦੇ ਲਈ ਉਹਦੀ ਚੰਗੀ ਤਰ੍ਹਾਂ ਪੋਸ਼ਣ ਦੇਣਾ ਉਹਨੂੰ ਬਹੁਤ ਜ਼ਰੂਰੀ ਹੈ। ਲਾਈਸ ਡੂ ਨਾਟ ਡਿਵੈਲਪ ਇਫ ਦ hair are kept clean। ਕਹਿਣ ਦਾ ਮਤਲਬ ਜੇ ਆਪਾਂ ਵਾਲਾਂ ਨੂੰ ਸਾਫ਼ ਰੱਖਾਂਗੇ ਤਾਂ ਉਹਦੇ ਉੱਤੇ ਜਿਹੜੀ ਜੂਆਂ ਹੁੰਦੀਆਂ ਉਹ ਨਹੀਂ ਆਉਣਗੀਆਂ। ਰਿਮੈਂਬਰ ਵੀ ਸ਼ੁੱਡ ਨਾਟ ਯੂਜ਼ ਅਦਰਸ comb। ਯਾਦ ਰੱਖਿਓ ਵੀ ਸਾਨੂੰ ਕਿਸੇ ਦੂਜੇ ਦੀ ਕੰਘੀ ਨਹੀਂ ਵਰਤਣੀ ਚਾਹੀਦੀ। ਇਫ ਦ ਹੇਅਰ ਆਰ ਨਾਟ ਲੁਕਡ ਆਫਟਰ ਵੈਲ। ਜੇਕਰ ਵਾਲਾਂ ਨੂੰ ਚੰਗੀ ਤਰ੍ਹਾਂ ਦੇਖਭਾਲ ਉਹਨਾਂ ਦੀ ਨਹੀਂ ਕੀਤੀ ਜਾਂਦੀ ਦੇ ਸਟਾਰਟ ਗੈਟਿੰਗ ਡੈਮੇਜਡ ਐਂਡ ਫਾਲ। ਤੇ ਫਿਰ ਉਸ ਤੋਂ ਬਾਅਦ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਡਿੱਗਣਾ ਸ਼ੁਰੂ ਹੋ ਜਾਂਦੇ ਨੇ। ਵੀ ਸ਼ੁੱਡ ਕੰਸਲਟ ਦ ਡਾਕਟਰ ਇਫ ਆਰ ਹੇਅਰ ਸਟਾਰਟ ਫਾਲਿੰਗ। ਤੇ ਜੇਕਰ ਵਾਲਾਂ ਦਾ ਝੜਨਾ ਵੱਧ ਜਾਂਦਾ ਹੈ ਤੇ ਫਿਰ ਡਾਕਟਰ ਕੋਲ ਸਾਨੂੰ ਜਾਣਾ ਚਾਹੀਦਾ। ਆਮ ਗੱਲਾਂ ਨੇ ਜੋ ਕਿ ਸਾਨੂੰ ਪਤਾ ਹੀ ਹੈ ਵੀ ਵਾਲਾਂ ਦੀ ਕਿਵੇਂ ਆਪਾਂ ਨੂੰ ਕੇਅਰ ਕਰਨੀ ਚਾਹੀਦੀ ਹੈ। ਅੱਗੇ ਚੱਲਦੇ ਹਾਂ। ਸੀ ਪਾਰਟ ਜਿਹੜਾ ਹੈਗਾ ਉਹਦੇ ਵਿੱਚ ਪੁੱਛਿਆ ਗਿਆ ਆ ਰਿਹਾ ਕਲੀਨਲੀਨੈਸ ਆਫ ਦ ਆਈਜ਼। ਵੀ ਹੁਣ ਆਪਾਂ ਅੱਖਾਂ ਨੂੰ ਕਿਵੇਂ ਸਾਫ਼ ਰੱਖ ਸਕਦੇ ਹਾਂ। ਆ ਦੇਖੋ ਇਹ ਆ ਗਿਆ ਸੀ ਪਾਰਟ। ਇਹਦੇ ਵਿੱਚੋਂ ਜੋ ਜ਼ਰੂਰੀ ਗੱਲਾਂ ਨੇ ਉਹ ਤੁਸੀਂ ਲਿਖ ਸਕਦੇ ਹੋ। ਹੁਣ ਇੱਥੇ ਕੀ ਲਿਖਿਆ ਗਿਆ? ਕਲੀਨਲੀਨੈਸ ਆਫ ਦ ਆਈਜ਼, ਅੱਖਾਂ ਦੀ ਸਫਾਈ। ਆਈਜ਼ ਆਰ ਦ ਮੋਸਟ ਸੈਂਸਿਟਿਵ ਪਾਰਟ ਆਫ ਦ ਬੋਡੀ। ਜਿਹੜੀਆਂ ਅੱਖਾਂ ਨੇ ਉਹ ਸਰੀਰ ਦਾ ਵਧੇਰੇ ਬਹੁਤ ਜ਼ਰੂਰੀ ਤੇ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸੈਂਸਿਟਿਵ ਹਿੱਸਾ ਨੇ। ਮਤਲਬ ਉਹਨਾਂ ਦੀ ਦੇਖਭਾਲ ਲਈ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਵੀ ਕੈਨ ਨਾਟ ਇੰਜੋਏ ਸੀਨਿਕ ਬਿਊਟੀ ਆਫ ਨੇਚਰ ਵਿਦਆਊਟ ਆਈਜ਼। ਤੇ ਆਪਾਂ ਅੱਖਾਂ ਤੋਂ ਬਿਨਾਂ ਕੁਦਰਤ ਦੀ ਸੁੰਦਰਤਾ ਦਾ ਆਨੰਦ ਵੀ ਨਹੀਂ ਮਾਣ ਸਕਦੇ। ਦੇਰ ਇਜ਼ ਅ ਸੇਇੰਗ ਇਨ ਪੰਜਾਬੀ। ਤੇ ਪੰਜਾਬੀ ਵਿੱਚ ਕਹਿੰਦੇ ਨੇ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਤਾਂ ਸਵਾਦ ਗਿਆ। ਕਹਿਣ ਦਾ ਮਤਲਬ ਜੇ ਅੱਖਾਂ ਗਈਆਂ ਜਹਾਨ ਗਿਆ, ਆਪਾਂ ਕੁਝ ਵੀ ਨਹੀਂ ਦੇਖ ਪਾਵਾਂਗੇ ਤੇ ਜੇ ਦੰਦ ਗਏ ਤਾਂ ਸਵਾਦ ਕਿੱਥੋਂ ਆਊਗਾ। ਇਹੀ ਇੱਥੇ ਸਮਝਾਇਆ ਗਿਆ ਵੀ ਇਟ ਮੀਨਸ ਇਫ ਵੀ ਲੂਜ਼ ਆਰ ਆਈਜ਼। ਕਹਿਣ ਦਾ ਮਤਲਬ ਜੇਕਰ ਅਸੀਂ ਆਪਣੀਆਂ ਅੱਖਾਂ ਗਵਾ ਲੈਂਦੇ ਆ ਤਾਂ ਸਾਰੀ ਦੁਨੀਆ ਜਿਹੜੀ ਹੈਗੀ ਹੈ ਉਹ ਹਨੇਰਾ ਹੋ ਜਾਂਦਾ। ਉਹਦੇ ਵਿੱਚ ਟਰਨਸ ਡਾਰਕ ਯਾਨੀ ਹਨੇਰਾ ਹੋ ਜਾਣਾ। ਐਂਡ ਇਫ ਵੀ ਲੂਜ਼ ਆਰ ਟੀਥ। ਤੇ ਜੇ ਆਪਾਂ ਦੰਦ ਗਵਾ ਦਿੰਦੇ ਆ we cannot taste anything। ਅਸੀਂ ਕੁਝ ਵੀ ਨਹੀਂ ਚੱਖ ਸਕਦੇ, ਕਿਸੇ ਚੀਜ਼ ਦਾ ਵੀ ਸਵਾਦ ਨਹੀਂ ਆਊਗਾ। therefore care of eyes is very necessary। ਇਸ ਲਈ ਅੱਖਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਆ। wash your eyes 2 to 3 times daily with cold water। ਕਹਿਣ ਦਾ ਮਤਲਬ ਅੱਖਾਂ ਨੂੰ 2 ਤੋਂ 3 ਵਾਰ ਠੰਡੇ ਪਾਣੀ ਦੇ ਨਾਲ, ਤਾਜ਼ੇ ਪਾਣੀ ਦੇ ਨਾਲ ਅੱਖਾਂ ਵਿੱਚ ਛਿੱਟੇ ਮਾਰੋ, ਉਹਨੂੰ ਧੋ ਸਾਫ਼ ਕਰੋ। ਆਈਜ਼ ਸ਼ੁੱਡ ਬੀ ਪ੍ਰੋਟੈਕਟਿਡ ਫਰੋਮ ਡੈਜ਼ਲਿੰਗ ਲਾਈਟ। ਯਾਨੀ ਬਹੁਤ ਜ਼ਿਆਦਾ ਰੋਸ਼ਨੀ ਤੋਂ ਵੀ ਅੱਖਾਂ ਨੂੰ ਬਚਾਉਣਾ ਚਾਹੀਦਾ ਹੈ। ਸਨ ਗਲਾਸਿਸ ਸ਼ੁੱਡ ਬੀ ਯੂਜ਼ਡ ਵਾਈਲ ਗੋਇੰਗ ਆਊਟ ਇਨ ਦ ਸਨ। ਇਹ ਯਾਦ ਰੱਖਿਓ ਵੀ ਜਦ ਤੁਸੀਂ ਧੁੱਪ ਵਿੱਚ ਜਾਂਦੇ ਹੋ, ਬਾਹਰ ਨਿਕਲਦੇ ਹੋ ਤਾਂ ਚਸ਼ਮੇ ਲਾ ਕੇ ਜਾਣੇ ਨੇ। ਡੂ ਨਾਟ ਪੁੱਟ ਬਰਡਨ ਔਨ ਯੋਰ ਆਈਜ਼ ਫॉर ਅ ਲੌਂਗਰ ਪੀਰੀਅਡ।
ज़्यादा देर तक या ज़्यादा समय तक ਅੱਖਾਂ ਤੇ ਬੋਝ ਨਾ ਪਾਓ। ਬੋਝ ਦਾ ਮਤਲਬ ਇਹ ਹੈ ਵੀ ਕੰਟੀਨਿਊਸਲੀ ਇੱਕ ਨਜ਼ਰ ਹੀ ਕਿਸੇ ਚੀਜ਼ ਨੂੰ ਦੇਖੀ ਨਾ ਜਾਓ। ਝਪਕਣਾ ਅੱਖਾਂ ਨੂੰ ਬਹੁਤ ਜ਼ਰੂਰੀ ਹੈ। The light should fall on the object and not into your eyes while reading, watching TV or looking at an object. ਜਦ ਵੀ ਕੋਈ ਕੰਮ ਕਰ ਰਹੇ ਹੁੰਦੇ ਹੋ ਤੁਸੀਂ ਤੇ ਜਿਹੜੀ ਰੋਸ਼ਨੀ ਆ ਉਹ ਅੱਖਾਂ ਤੇ ਨਹੀਂ ਪੈਣੀ ਚਾਹੀਦੀ। ਜਿਸ ਚੀਜ਼ ਤੇ ਕੰਮ ਹੋ ਰਿਹਾ, ਮੰਨ ਲਓ ਕਿਤਾਬ ਪੜ੍ਹ ਰਹੇ ਹੋ ਤਾਂ ਕਿਤਾਬ ਤੇ ਰੋਸ਼ਨੀ ਪੈਣੀ ਚਾਹੀਦੀ ਹੈ। ਜੇਕਰ ਤੁਸੀਂ ਟੀਵੀ ਦੇਖ ਰਹੇ ਹੋ ਤਾਂ ਟੀਵੀ ਤੇ ਰੋਸ਼ਨੀ ਪੈਣੀ ਚਾਹੀਦੀ ਹੈ, ਜਾਂ ਕੋਈ ਹੋਰ ਚੀਜ਼ ਦੇਖ ਰਹੇ ਹੋ ਤਾਂ ਉਸ ਚੀਜ਼ ਤੇ ਲਾਈਟ ਪੈਣੀ ਚਾਹੀਦੀ ਹੈ, ਅੱਖਾਂ ਤੇ ਨਹੀਂ ਪੈਣੀ ਚਾਹੀਦੀ। ਅੱਗੇ ਚੱਲਦੇ ਹਾਂ। ਡੀ ਪਾਰਟ ਦੇ ਵਿੱਚ ਪੁੱਛਿਆ ਕਲੀਨਲੀਨੈਸ ਆਫ ਦ ਈਅਰਸ, ਕੰਨਾਂ ਦੀ ਸਫਾਈ ਬਾਰੇ ਇੱਕ ਨੋਟ ਲਿਖੋ। ਆ ਗਿਆ ਜੀ ਕੰਨਾਂ ਦੀ ਸਫਾਈ, ਇੱਥੋਂ ਲੈ ਕੇ ਇੱਥੇ ਤੱਕ ਡੀ ਪਾਰਟ ਹੈਗਾ। Cleanliness of ears is equally important as of the other organs. ਜਿਵੇਂ ਬਾਕੀ ਅੰਗਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਉਵੇਂ ਹੀ ਕੰਨਾਂ ਨੂੰ ਸਾਫ਼ ਕਰਨਾ ਵੀ ਜ਼ਰੂਰੀ ਹੈ। ਇਹ ਲਾਈਨ ਤੁਸੀਂ ਹਰ ਵਿੱਚ ਲਿਖ ਸਕਦੇ ਹੋ। ਜਿਵੇਂ ਅੱਖਾਂ ਦੀ ਗੱਲ ਕੀਤੀ ਗਈ ਹੈ, ਤੁਸੀਂ ਉਹਦੇ ਵਿੱਚ ਕਹਿ ਸਕਦੇ ਹੋ ਵੀ ਜਿੰਨਾ ਜ਼ਰੂਰੀ ਬਾਕੀ ਅੰਗਾਂ ਨੂੰ ਸਾਫ਼ ਕਰਨਾ ਹੈ, ਓਨਾ ਹੀ ਜ਼ਰੂਰੀ ਹੈ ਅੱਖਾਂ ਨੂੰ ਸਾਫ਼ ਰੱਖਣਾ। The ear drums of our ears are very delicate. ਅੱਖਾਂ ਦੇ ਵਿੱਚ ਨਾ ਸਾਡੇ ਈਅਰ ਡਰਮਸ ਹੁੰਦੇ ਨੇ, ਉਹ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਨੇ। We should not insert any sharp thing inside the ear as it can tear the eardrum. ਮੈਂ ਬਹੁਤ ਵਾਰ ਦੇਖਿਆ ਵੀ ਲੋਕ ਸੂਈਆਂ, ਪੈਨਸਿਲ, ਪਿੰਨ ਕੰਨ ਵਿੱਚ ਪਾਈ ਜਾਂਦੇ ਨੇ ਮੈਲ ਸਾਫ਼ ਕਰਨ ਲਈ। ਇਹ ਖਰਾਬ ਕਰਦਾ ਕੰਨਾਂ ਨੂੰ, ਤੇ ਧਿਆਨ ਰੱਖਿਓ ਇਹ ਪਰਦੇ ਨੂੰ ਫਾੜ ਦਿੰਦਾ, ਤੇ ਆਪਾਂ ਕੋਈ ਵੀ ਨੁਕੀਲੀ ਚੀਜ਼ ਕੰਨ ਦੇ ਵਿੱਚ ਨਹੀਂ ਪਾਣੀ। Do not listen music on mobile while putting headphone into your ears. ਜ਼ਿਆਦਾ ਮਿਊਜ਼ਿਕ ਸੁਣਨ ਨਾਲ ਵੀ ਕੰਨ ਖਰਾਬ ਹੋ ਜਾਂਦੇ ਨੇ। 1-2 ਦਿਨ ਮਿਊਜ਼ਿਕ ਸੁਣੋ ਉਹਦੇ ਨਾਲ ਨਹੀਂ ਹੁੰਦੇ। ਜੇ ਲਗਾਤਾਰ ਤੁਸੀਂ ਮਿਊਜ਼ਿਕ ਹੀ ਸੁਣਦੇ ਜਾ ਰਹੇ ਹੋ ਹੈਡਫੋਨ ਪਾ ਕੇ ਕੰਨਾਂ ਦੇ ਵਿੱਚ, ਤਾਂ ਕੰਨ ਖਰਾਬ ਹੋ ਜਾਂਦੇ ਨੇ ਆਰਾਮ ਥੋੜੇ ਦਿਨਾਂ ਤੱਕ। Consult your doctor if you feel heaviness, boil or pustule in your ear. ਜੇ ਪਸ ਜਿਹਾ ਲੱਗਦਾ ਕੰਨ ਦੇ ਵਿੱਚ, ਜੇ ਥੋੜੀ ਜਲਨ ਹੋ ਰਹੀ ਹੈ ਜਾਂ ਫਿਰ ਭਾਰੀਪਨ ਲੱਗਦਾ ਹੈ, ਤਾਂ ਡਾਕਟਰ ਕੋਲ ਜਾਓ। ਆਪ ਡਾਕਟਰ ਨਾ ਬਣੋ। ਇਹਨਾਂ ਗੱਲਾਂ ਦਾ ਧਿਆਨ ਰੱਖਿਓ। ਅੱਗੇ ਚੱਲਦੇ ਹਾਂ। ਡੀ ਤੋਂ ਬਾਅਦ ਈ ਪਾਰਟ ਹੈਗਾ ਕਲੀਨਲੀਨੈਸ ਆਫ ਦ ਨੋਜ਼। ਨੱਕ ਨੂੰ ਕਿਵੇਂ ਸਾਫ਼ ਰੱਖਣਾ ਚਾਹੀਦਾ ਹੈ, ਕੀ ਗੱਲਾਂ ਕਰਨੀਆਂ ਚਾਹੀਦੀਆਂ ਨੇ, ਇਹ ਆ ਗਿਆ ਇੱਥੋਂ ਲੈ ਕੇ ਇੱਥੇ ਤੱਕ ਈ ਪਾਰਟ ਦਾ ਆਨਸਰ। ਇੰਪੋਰਟੈਂਟ ਪੁਆਇੰਟ ਕੀ ਨੇ? ਵੀ ਬਰੀਥ ਥਰੂ ਨੋਜ਼ ਐਂਡ ਮਾਊਥ ਬਟ ਬਰੀਥਿੰਗ ਥਰੂ ਨੋਜ਼ ਇਜ਼ ਯੂਜ਼ਫੁਲ। ਅਸੀਂ ਨੱਕ ਤੇ ਮੂੰਹ ਰਾਹੀਂ ਸਾਹ ਲੈਂਦੇ ਹਾਂ, ਪਰ ਨੱਕ ਰਾਹੀਂ ਸਾਹ ਲੈਣਾ ਜ਼ਿਆਦਾ ਲਾਭਦਾਇਕ ਹੈ। ਕਿਉਂ ਲਾਭਦਾਇਕ ਹੈ? Breathing through nose makes the inhaled air pure and in accordance with the body temperature when it enters the body. ਨੱਕ ਰਾਹੀਂ ਜਦ ਆਪਾਂ ਸਾਹ ਲੈਂਦੇ ਹਾਂ, ਇਸ ਦੇ ਨਾਲ ਕੀ ਹੁੰਦਾ ਹੈ, ਜਿਹੜੀ ਹਵਾ ਹੈਗੀ ਹੈ ਉਹ ਇੱਕ ਤਾਂ ਸ਼ੁੱਧ ਹੋ ਜਾਂਦੀ ਹੈ, ਠੀਕ ਹੈ, ਕਿਉਂਕਿ ਨੱਕ ਦੇ ਵਿੱਚ ਵਾਲ ਹੁੰਦੇ ਨੇ। ਨੋਜ਼ ਵਰਕਸ ਐਜ਼ ਅ ਫਿਲਟਰ, ਉਹ ਫਿਲਟਰ ਦਾ ਕੰਮ ਕਰਦੇ ਨੇ, ਗੰਦਗੀ ਰੋਕ ਦਿੰਦੇ ਨੇ। ਤੇ ਨਾਲ ਦੀ ਨਾਲ ਇਹ ਗੱਲ ਬਹੁਤ ਜ਼ਰੂਰੀ ਹੈ, ਜੇ ਨੱਕ ਨਾਲ ਆਪਾਂ ਸਾਹ ਲੈਂਦੇ ਹਾਂ ਤਾਂ ਜਿਹੜਾ ਸਾਹ ਦਾ ਜਾਂ ਹਵਾ ਦਾ ਤਾਪਮਾਨ ਹੈਗਾ ਉਹ ਸਰੀਰ ਦੇ ਤਾਪਮਾਨ ਵਰਗਾ ਹੋ ਜਾਂਦਾ ਹੈ। The short hair in the opening of the nose like a filter hold the dust particles and germs in them. ਜਿਵੇਂ ਆਪਾਂ ਕਹਿ ਸਕਦੇ ਹਾਂ ਨੱਕ ਦੇ ਵਿੱਚ ਛੋਟੇ ਵਾਲ ਹੁੰਦੇ ਨੇ, ਉਹ ਫਿਲਟਰ ਦਾ ਕੰਮ ਕਰਦੇ ਨੇ, ਜੋ ਛੋਟੇ ਪਦਾਰਥਾਂ ਨੂੰ, ਕੀਟਾਣਿਆਂ ਨੂੰ ਆਪਾਂ ਅੰਦਰ ਨਹੀਂ ਲੈ ਕੇ ਜਾਣ ਦਿੰਦੇ ਆਪਣੇ ਨੱਕ ਰਾਹੀਂ। If any tiny particle does not get stuck in these short hair of the nose, it sticks to the inner side of the nose. ਤੇ ਮੰਨ ਲਓ ਜੇ ਨੱਕ ਦੇ ਵਿੱਚ ਛੋਟੇ ਵਾਲ ਕਿਸੇ ਪਦਾਰਥ ਨੂੰ ਨਹੀਂ ਰੋਕ ਸਕਦੇ, ਤਾਂ ਜੇ ਨੱਕ ਦੀ ਅੰਦਰ ਵਾਲੀ ਸਾਈਡ ਹੁੰਦੀ ਹੈ ਉਹਦੇ ਵਿੱਚ ਜਾ ਕੇ ਚਿਪਕ ਜਾਂਦਾ ਹੈ। In this way, the nose purifies the air that goes to our lungs. ਤੇ ਇਸ ਤਰੀਕੇ ਦੇ ਨਾਲ ਜਿਹੜਾ ਨੱਕ ਹੈਗਾ ਉਹ ਹਵਾ ਨੂੰ ਸ਼ੁੱਧ ਕਰਦਾ, ਜਿਹੜੀ ਹਵਾ ਸਾਡੇ ਫੇਫੜਿਆਂ ਤੱਕ ਜਾਣੀ ਹੈ, ਜਿਹਦੇ ਨਾਲ ਆਪਾਂ ਸਾਹ ਲਈਦਾ। We should clean our nose also while bathing. ਤੇ ਨਹਾਉਂਦੇ ਹੋਏ ਸਾਨੂੰ ਸਾਡੇ ਨੱਕ ਨੂੰ ਵੀ ਸਾਫ਼ ਕਰਨਾ ਚਾਹੀਦਾ ਹੈ। This results in protecting our body from many diseases. ਤੇ ਇਸ ਨਾਲ ਆਪਾਂ ਆਪਣੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਨੇ। ਸਿੰਪਲ ਗੱਲਾਂ ਨੇ ਵੀ, ਇੱਕ ਤਾਂ ਹਵਾ ਨੂੰ ਸ਼ੁੱਧ ਕਰਦਾ, ਦੂਜਾ
ਆਪਣੇ ਬੋਡੀ ਟੈਂਪਰੇਚਰ ਤੇ ਲੈ ਕੇ ਆਂਦਾ ਹੈ ਹਵਾ ਨੂੰ, ਜਿਹਦੇ ਕਰਕੇ ਆਪਾਂ ਸੌਖੇ ਰਹਿੰਦੇ ਆ ਸਾਹ ਲੈਣ ਦੇ ਵਿੱਚ। ਮੂੰਹ ਤੋਂ ਆਪਾਂ ਜੇ ਸਾਹ ਲਾਂਗੇ ਤਾਂ ਕੀਟਾਣੂ ਜਾਂ ਗੰਦਗੀ ਸਿੱਧਾ ਅੰਦਰ ਜਾਊਗੀ, ਨੱਕ ਰੋਕ ਦਿੰਦਾ ਹੈ। ਅੱਗੇ ਕਲੀਨਲੀਨੈਸ ਆਫ ਦ ਟੀਥ, ਦੰਦਾਂ ਦੀ ਸਫਾਈ ਬਾਰੇ ਪੁੱਛਿਆ ਗਿਆ। ਆ ਗਿਆ ਦੰਦਾਂ ਦੀ ਸਫਾਈ ਬਾਰੇ, ਕਲੀਨਲੀਨੈਸ ਆਫ ਦ ਟੀਥ, ਦੰਦਾਂ ਦੀ ਸਫਾਈ। ਟੀਥ ਹੈਲਪ ਅਸ ਇਨ ਚੂਇੰਗ ਦ ਫੂਡ, ਦੰਦ ਜਿਹੜੇ ਹੈਗੇ ਉਹ ਭੋਜਨ ਨੂੰ ਚਬਾਉਣ ਵਿੱਚ ਸਾਡੀ ਮਦਦ ਕਰਦੇ ਨੇ। ਚਿਊਡ ਫੂਡ ਇਜ਼ ਗੁੱਡ ਫॉर ਡਾਈਜੈਸ਼ਨ, ਤੇ ਜਿਹੜਾ ਆਪਾਂ ਖਾਣਾ ਹੈਗਾ ਜੇ ਉਹਨੂੰ ਪਚਾਉਣਾ ਹੈ ਵਧੀਆ ਤਰੀਕੇ ਦੇ ਨਾਲ ਤਾਂ ਉਹਨੂੰ ਚੰਗੀ ਤਰ੍ਹਾਂ ਚਬਾਉਣਾ ਬਹੁਤ ਜ਼ਰੂਰੀ ਹੈ। ਵੀ ਸ਼ੁੱਡ ਡੇਲੀ ਬਰਸ਼ ਆਰ ਟੀਥ ਇਨ ਦ ਮਾਰਨਿੰਗ, ਸਾਨੂੰ ਰੋਜ਼ਾਨਾ ਸਵੇਰੇ ਆਪਣੇ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਆਲਵੇਜ਼ ਗਾਰਗਲ ਪ੍ਰੋਪਰਲੀ ਆਫਟਰ ਈਟਿੰਗ ਐਨੀਥਿੰਗ, ਕੁਝ ਵੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਮੂੰਹ ਨੂੰ ਪਾਣੀ ਦੇ ਨਾਲ ਅੰਦਰੋਂ ਸਾਫ਼ ਕਰ ਲਓ, ਗੁਰ ਕਰਕੇ ਜਿਵੇਂ ਲੋਕ ਕਰਦੇ ਨੇ, so that no food particles should be left stuck in the teeth, ਤਾਂ ਕਿ ਕੋਈ ਵੀ ਖਾਣੇ ਦਾ ਪਦਾਰਥ ਜਿਹੜਾ ਹੈ, ਕਣ ਜਿਹੜਾ ਹੈ ਦੰਦਾਂ ਵਿੱਚ ਫਸਿਆ ਨਾ ਰਹਿ ਜੇ। Food trapped in teeth develops decay and foul smell, ਦੰਦਾਂ ਵਿੱਚ ਫਸਿਆ ਭੋਜਨ ਇੱਕ ਤਾਂ ਸੜਨ ਪੈਦਾ ਕਰਦਾ ਹੈ ਤੇ ਬਦਬੂ ਵੀ ਪੈਦਾ ਕਰਦਾ ਹੈ। We should also brush our teeth for their cleaning before going to bed, ਤੇ ਸਾਨੂੰ ਸੌਣ ਤੋਂ ਪਹਿਲਾਂ ਵੀ ਆਪਣੇ ਦੰਦਾਂ ਦੀ ਸਫਾਈ ਚੰਗੀ ਤਰ੍ਹਾਂ ਬ੍ਰਸ਼ ਦੇ ਨਾਲ ਕਰਨੀ ਚਾਹੀਦੀ ਹੈ। ਇਫ ਵੀ ਡੂ ਨਾਟ ਟੇਕ ਕੇਅਰ ਆਫ ਕਲੀਨਲੀਨੈਸ ਆਫ ਦ ਟੀਥ, ਜੇ ਆਪਾਂ ਆਪਣੇ ਦੰਦਾਂ ਦੀ ਸਫਾਈ ਵੱਲ ਧਿਆਨ ਨਹੀਂ ਰੱਖਾਂਗੇ, ਨਹੀਂ ਦੇਵਾਂਗੇ, ਡਿਜ਼ੀਜ਼ਸ ਰਿਲੇਟਡ ਟੂ ਟੀਥ ਵਿਲ ਡਿਵੈਲਪ, ਤੇ ਫਿਰ ਬਿਮਾਰੀਆਂ ਸ਼ੁਰੂ ਹੋ ਜਾਣਗੀਆਂ ਲੱਗਣੀਆਂ ਦੰਦਾਂ ਨੂੰ। A disease in teeth can further develop other diseases in body, ਤੇ ਜੇ ਦੰਦਾਂ ਨੂੰ ਬਿਮਾਰੀ ਲੱਗ ਗਈ ਤਾਂ ਸਰੀਰ ਨੂੰ ਵੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਸਿੱਧਾ ਮੂੰਹ ਤੋਂ ਹੀ ਅੰਦਰ ਜਾਂਦਾ ਹੈ ਸਭ ਕੁਝ। Teeth start becoming hollow, ਖੋਖਲੇ ਹੋਣੇ ਸ਼ੁਰੂ ਹੋ ਜਾਣਗੇ ਇਨਸਾਈਡ ਤੋਂ, ਅੰਦਰੋਂ, which results in the weakening of the teeth, ਜੇ ਅੰਦਰੋਂ ਹੀ ਖੋਖਲਿਆ ਹੋ ਗਿਆ ਦੰਦ ਤੇ ਪੂਰਾ ਦਾ ਪੂਰਾ ਦੰਦ ਜਿਹੜਾ ਹੈ ਉਹ ਕੀ ਹੋ ਜਾਊਗਾ, ਸੜ ਜਾਊਗਾ। ਅੱਗੇ ਚੱਲਦੇ ਹਾਂ, ਅਗਲਾ ਪੁਆਇੰਟ ਲਾਸਟ, ਕਲੀਨਲੀਨੈਸ ਆਫ ਦ ਨੇਲਸ, ਨੌਹਾਂ ਦੀ ਸਫਾਈ ਬਾਰੇ ਕੀ ਕਿਹਾ ਗਿਆ। ਇਹ ਆ ਗਿਆ ਜੀ, ਨੇਲਸ ਨੂੰ, ਨੌਹਾਂ ਨੂੰ ਕਿਵੇਂ ਸਾਫ਼ ਕਰਨਾ ਹੈ। Cleanliness of the nails of hand and feet is also very important like other parts of the body, ਹੱਥਾਂ ਤੇ ਪੈਰਾਂ ਦੇ ਜਿਹੜੇ ਨੌ ਹੈਗੇ ਉਹਨਾਂ ਦੀ ਸਫਾਈ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਬਾਕੀ ਅੰਗਾਂ ਦੀ ਆਪਾਂ ਸਫਾਈ ਰੱਖਦੇ ਹਾਂ। Dirt gets stuck in long grown hairs, ਜਿਹੜੀ ਗੰਦਗੀ ਹੈਗੀ ਹੈ ਉਹ ਫਸ ਜਾਂਦੀ ਹੈ ਜੇ ਨੌ ਵੱਡੇ ਹੋਣ, ਲੰਬੇ ਹੋਣ। As a result it enters our body while eating, ਜਿਸ ਕਰਕੇ ਜਦ ਆਪਾਂ ਖਾਣਾ ਖਾਂਦੇ ਹਾਂ ਉਹ ਸਰੀਰ ਵਿੱਚ ਆ ਜਾਂਦੀ ਹੈ, ਦਾਖਲ ਹੋ ਜਾਂਦੀ ਹੈ। That is why we should wash our hands and feet properly, ਇਸੇ ਕਰਕੇ ਕਿਹਾ ਜਾਂਦਾ ਹੈ ਵੀ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। Nails should be pared, pared ਦਾ ਮਤਲਬ ਕੱਟਣਾ, trim ਕਰਨਾ ਉਹਨਾਂ ਨੂੰ, trimmed once or twice a week, ਨੌਹਾਂ ਨੂੰ ਕੱਟਣਾ ਚਾਹੀਦਾ ਇੱਕ ਜਾਂ ਦੋ ਵਾਰ ਹਫਤੇ ਦੇ ਵਿੱਚ, ਤੇ ਇੱਥੋਂ ਲੈ ਕੇ ਇੱਥੇ ਤੱਕ ਆਏਗਾ ਨੌਹਾਂ ਦੀ ਜੇ ਗੱਲ ਕੀਤੀ ਜਾ ਰਹੀ ਹੈ। ਅੱਗੇ ਚੱਲਦੇ ਆ, ਲਾਸਟ ਕੁਐਸਚਨ ਦਾ ਆਨਸਰ ਵੀ ਇੱਕ ਵਾਰ ਹੈਂਡਲ ਕਰ ਲੈਂਦੇ ਆ ਵੀ ਕੀ ਆਊਗਾ। 6th ਕੁਐਸਚਨ ਹੈਗਾ, ਰਾਈਟ ਅਬਾਊਟ 5 ਹੈਲਦੀ ਹੈਬਿਟਸ ਟੂ ਮੇਨਟੇਨ ਗੁੱਡ ਹੈਲਥ, 5 ਵਧੀਆ ਆਦਤਾਂ ਜਾਂ ਚੰਗੀ ਸਿਹਤ ਬਣਾਉਣ ਦੇ ਲਈ, ਰੱਖਣ ਦੇ ਲਈ 5 ਸਿਹਤਮੰਦ ਆਦਤਾਂ ਬਾਰੇ ਲਿਖੋ। ਇਹਦੇ ਆਨਸਰ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਲੀਨਲੀਨੈਸ ਆਫ ਸਕਿਨ, A ਪੁਆਇੰਟ। ਫਿਰ ਤੁਸੀਂ ਲਿਖ ਸਕਦੇ ਹੋ ਕਲੀਨਲੀਨੈਸ ਆਫ ਹੇਅਰ, ਠੀਕ ਹੈ। ਮੈਂ 5 ਤੋਂ ਜ਼ਿਆਦਾ ਪੁਆਇੰਟ ਦੱਸਾਂਗੀ, ਤੁਸੀਂ ਕੋਈ ਵੀ ਲਿਖ ਸਕਦੇ ਹੋ 5। ਫਿਰ ਕਲੀਨਲੀਨੈਸ ਆਫ ਦ ਆਈਜ਼ ਲਿਖ ਸਕਦੇ ਹੋ ਉਹਦੇ ਵਿੱਚ, ਕਲੀਨਲੀਨੈਸ ਆਫ ਈਅਰਸ ਲਿਖ ਸਕਦੇ ਹੋ, ਕਲੀਨਲੀਨੈਸ ਆਫ ਨੋਜ਼, ਕਲੀਨਲੀਨੈਸ ਆਫ ਦ ਟੀਥ ਇਹਦੇ ਵਿੱਚ ਆ ਜਾਊਗਾ, ਠੀਕ ਹੈ। ਫਿਰ ਆ ਗਿਆ ਕਲੀਨਲੀਨੈਸ ਆਫ ਦ ਨੇਲਸ। ਹੋਰ ਕੀ ਲਿਖ ਸਕਦੇ ਹੋ ਇਹਦੇ ਵਿੱਚ, ਇਹ ਫੂਡ ਹੈਬਿਟਸ, ਚਿਲਡਰਨ ਸ਼ੁਡ ਈਟ ਪਿਓਰ ਐਂਡ ਬੈਲੈਂਸ ਡਾਈਟ ਖਾਣੀ ਚਾਹੀਦੀ ਹੈ ਸਾਨੂੰ। wash your hands properly before meals, always cover the food to keep it safe from flies and dirt, medical checkup कराना चाहिए है। children should always remain happy, खुश रहना चाहिए है बच्चों नू। फिर उस तो बाद
कीप द सराउंडिंग्स क्लीन, आस-पास सफाई रखनी चाहिए है। वेक अप अर्ली, ईट, रीड, प्ले एंड रेस्ट ऑन टाइम। सवेरे साजरे उठ के खाना पीना पढ़ना सोना सब टाइम ते होना चाहिए है। उस तो बाद तुसी ये भी लिख सकते हो भी लाइट की जिहड़ी डायरैक्शन है वो भी ठीक होनी चाहिए है ताकि अखां ते असर ना पए। ते अखीर दे विच तुसी इन्हां विचों कोई 2 पॉइंट लिख सकते हो भी योगा करनी चाहिए है, एक्सरसाइज करनी चाहिए है, ते ये सारा कुछ खुले वातावरण विच करना चाहिए है, ते बच्चों नूं ज़्यादा गेम्स दे विच हिस्सा लेना चाहिए है, टीवी अगे नहीं बैठना चाहिए। इन्हां विचों कोई 5 पॉइंट्स तुसी लिख सकते हो। ते सी अज दी क्लास में उम्मीद करदी हां भी तुहानूं ये एक्सरसाइज समझ आ गई है चंगी तरह। ते हुण आपां अगली क्लास दे विच मिलांगे जिहदे विच आपां चैप्टर 2 दे क्वेश्चन आंसर्स डिस्कस करांगे। जे तुहानूं ये वीडियो वधिया लगी तां प्लीज़ लाइक शेयर ते सबसक्राइब जरूर करियो। बाय बाय।